ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਾਲੀ ਗੱਲ ਤਾਂ ਇਹਨਾਂ ਮਹਾਂਪੁਰਖਾਂ 'ਤੇ ਪੂਰੀ ਢੁੱਕਦੀ ਸੀ। ਮਹਾਂਪੁਰਖ 10ਵੇਂ ਪਾਤਸ਼ਾਹ ਜੀ ਦੇ ਸਮੇਂ ਗੁਰੂ ਜੀ ਦੇ ਹੁਕਮ ਨਾਲ ਸਿੱਖੀ ਪ੍ਰਚਾਰ ਵਾਲੇ ਪਾਸੇ ਲੱਗੇ ਸਨ। ਕਈ 10ਵੇਂ ਪਾਤਸ਼ਾਹ ਦੇ ਹਜ਼ੂਰੀ ਸਿੱਖ ਗੁਰੂ ਕੇ ਹੁਕਮ ਅਨੁਸਾਰ ਇਸ ਪਾਸੇ ਲੱਗੇ ਸਨ। ਕਈ 10ਵੇਂ ਪਾਤਸ਼ਾਹ ਤੋਂ ਪਹਿਲੇ ਸਤਿਗੁਰਾਂ ਦੇ ਸਮੇਂ ਨਾਲ ਸੰਬੰਧ ਰੱਖਦੇ ਸਨ। ਕਈ ਤਾਂ ਰਮਤੇ ਫਿਰ ਤੁਰ ਕੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਸਨ ਅਤੇ ਕਈਆਂ ਦੇ ਡੇਰੇ ਪਿੰਡਾਂ ਵਿੱਚ ਸਨ। ਸੋ ਐਸੇ ਗੁਰਸਿੱਖ ਮਹਾਂਪੁਰਖ ਆਤਮਿਕ ਜੀਵਨ ਵਾਲੇ ਬੇਪਰਵਾਹ ਅਤੇ ਬੇਗਰਜ ਬੇਪਰਵਾਹ ਸਦਾ ਰੰਗ ਹਰ ਕੇ ਰਹਿਣ ਵਾਲੇ ਹੁੰਦੇ ਸਨ। ਇਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿ ਕੇ ਕੋਈ ਨਾ ਕੋਈ ਵਿਦਿਆਰਥੀ ਗੁਰਮੁਖ ਜੀਵਨ ਵਾਲਾ ਪੈਦਾ ਹੋ ਜਾਂਦਾ ਸੀ ਅਤੇ ਇਹਨਾਂ ਅਸਥਾਨਾਂ ਨੂੰ ਸੰਭਾਲ ਕੇ ਅੱਗੋਂ ਤੋਂ ਅੱਗੇ ਚਲਾਈ ਜਾਂਦੇ ਸਨ। ਦੀਵੇ ਤੋਂ ਦੀਵਾ ਜਗਣ ਵਾਲੀ ਮਿਸਾਲ ਸੀ। ਕਈ ਮਹਾਂਪੁਰਖ ਮੰਡਲੀਆਂ ਰਾਹੀਂ ਫਿਰ ਤੁਰ ਕੇ ਇਹੋ ਪ੍ਰਚਾਰ ਜਾਰੀ ਰੱਖਦੇ ਸਨ। ਇਹਨਾਂ ਵਿਦਿਆਰਥੀਆਂ ਨੂੰ ਲੰਗਰ ਵਿੱਚੋਂ ਪ੍ਰਸ਼ਾਦਾ ਅਤੇ ਤਨ ਢੱਕਣ ਲਈ ਕੱਪੜਾ ਮਿਲ ਜਾਣ ਕਰਕੇ ਗਰੀਬ ਤੋਂ ਗਰੀਬ ਘਰ ਦਾ ਵਿਦਿਆਰਥੀ ਵੀ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਖਾ ਕੇ ਪੇਟ ਭਰ ਲੈਂਦਾ ਸੀ ਅਤੇ ਭਗਤ ਜਨਾਂ ਕਾ ਲੂੰਗਰਾ ਉੱਡ ਨਗਰ ਨਾ ਹੋਈ ਅਨੁਸਾਰ ਸਰੀਰ ਢੱਕ ਲੈਂਦਾ ਸੀ। ਸਬਰ ਸ਼ੁਕਰ ਵਿੱਚ ਰਹਿ ਕੇ ਵਿਦਿਆ ਅਭਿਆਸ ਸੇਵਾ ਸਿਮਰਨ ਵਿੱਚ ਲੱਗ ਕੇ ਹਰ ਪੱਖ ਤੋਂ ਪੂਰਨ ਹੋ ਜਾਂਦੇ ਸਨ। ਇਸੇ ਤਰ੍ਹਾਂ ਦੋਵੇਂ ਹੀ ਸੰਪਰਦਾਵਾਂ ਭਾਵੇਂ ਡੇਰੇਦਾਰ ਸੀ ਭਾਵੇਂ ਫਿਰ ਤੁਰ ਕੇ ਮੰਡਲੀ ਰਾਹੀਂ ਵਿਦਿਆ ਪੜ੍ਹਾਉਣ ਵਾਲੇ, ਉਹਨਾਂ ਦਾ ਇੱਕੋ ਹੀ ਮੰਤਵ ਮੁੱਖ ਸੀ ਕਿ ਵੱਧ ਤੋਂ ਵੱਧ ਪ੍ਰਾਣੀਆਂ ਨੂੰ ਨਾਮ ਬਾਣੀ ਦੇ ਲੜ ਲਾਇਆ ਜਾਵੇ। ਇਹ ਦੋਵੇਂ ਹੀ ਸੰਪਰਦਾਵਾਂ ਗੁਰੂ ਘਰਾਂ ਨਾਲ ਗੂੜ੍ਹਾ ਸੰਬੰਧ ਰੱਖਦੀਆਂ ਹਨ। ਸਤਿਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਹੋਏ ਹਨ। ਉਹਨਾਂ ਨੇ ਵੀ ਦੇਸਾਂ ਪ੍ਰਦੇਸਾਂ ਵਿੱਚ ਗੁਰੂ ਕਾ ਨਾਮ ਸ਼ਬਦ ਸੋਹਲਾ ਸੁਣਾਇਆ। ਭਾਵੇਂ ਆਪ ਸਰੀਰਕ ਤੌਰ 'ਤੇ ਅਤੀਤ ਰਹੇ, ਫਿਰ ਵੀ ਸਾਰੇ ਸਤਿਗੁਰਾਂ ਨਾਲ ਮੇਲ ਮਿਲਾਪ ਰਿਹਾ ਅਤੇ ਸਾਰੇ ਸਤਿਗੁਰ ਇਹਨਾਂ ਦਾ ਅਦਬ ਸਤਿਕਾਰ ਕਰਦੇ ਰਹੇ। ਬਾਬਾ ਸ਼੍ਰੀ ਚੰਦ ਜੀ ਨੇ ਅੰਤ ਸਮੇਂ ਵਿੱਚ, ਜਿਵੇਂ ਕਿ ਗੁਰ ਪ੍ਰਤਾਪ ਸੂਰਜ ਵਿੱਚ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਆਪ ਨੇ ਪੁੱਛਿਆ ਕਿ ਤੁਹਾਡੇ ਕਿਤਨੇ ਸਾਹਿਬਜ਼ਾਦੇ ਹਨ, ਤਾਂ ਹਜ਼ੂਰ ਨੇ ਕਿਹਾ ਕਿ 5 ਹਨ, ਇੱਕ ਪਰਲੋਕ ਗਮਨ ਕਰ ਗਿਆ ਹੈ, 4 ਬਾਕੀ ਹਨ। ਫਿਰ ਬਾਬਾ ਸ਼੍ਰੀ ਚੰਦ ਜੀ ਨੇ ਪੁੱਛਿਆ ਬਾਬੇ ਕਿਆਂ ਨੂੰ ਕਿਹੜਾ ਪੁੱਤਰ ਦੇਣਾ ਹੈ, ਤਾਂ ਸਤਿਗੁਰਾਂ ਨੇ ਬਚਨ ਕੀਤਾ ਕਿ ਸਾਰੇ ਹੀ ਬਾਬੇ ਕੇ ਹਨ। ਤਾਂ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕਿ ਵੱਡਾ ਸਾਹਿਬਜ਼ਾਦਾ ਭਾਵ ਟਿੱਕਾ ਸਾਨੂੰ ਦੇ ਦਿਓ। ਉਸ ਸਮੇਂ ਸਤਿਗੁਰੂ ਜੀ ਨਾਲ 4 ਪੁੱਤਰ ਮੌਜੂਦ ਸਨ। ਬਾਬਾ ਗੁਰਦਿੱਤਾ ਮੱਲ ਪਹਿਲੇ, ਬਾਬਾ ਸੂਰਜ ਮੱਲ ਦੂਜੇ, ਬਾਬਾ ਅਣੀ ਰਾਏ ਤੀਜੇ, ਬਾਬਾ ਤੇਗ ਬਹਾਦਰ ਸਾਹਿਬ ਚੌਥੇ ਅਤੇ 6ਵੇਂ ਪਾਤਸ਼ਾਹ ਅਤੇ ਬਾਬਾ ਗੁਰਦਿੱਤਾ ਮੱਲ ਨੂੰ ਇਸ਼ਾਰਾ ਕਰਕੇ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਮੱਥਾ ਟਿਕਾ ਦਿੱਤਾ। ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਆਸਣ 'ਤੇ ਬਿਠਾ ਕੇ ਆਪਣੀ ਸੇਲੀ 'ਤੇ ਟੋਪੀ ਬਖਸ਼ ਕੇ ਬਚਨ ਕੀਤਾ, ਬਾਬਾ ਗੁਰਦਿੱਤਾ ਦੀਨ ਦੁਨੀ ਕਾ ਟਿੱਕਾ ਸੋਢੀ ਘਰ ਦਾ ਕੀਆ ਸੁਲਤਾਨ। ਇਸ ਜੁਗਤੀ ਨਾਲ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਸੰਪਰਦਾ ਸਦਾ ਲਈ ਆਪਣੇ ਪਿਤਾ ਗੁਰੂ ਨਾਨਕ ਦੇ ਮੱਤ ਨਾਲ ਮਿਲਾ ਦਿੱਤੀ। ਅੱਗੋਂ ਬਾਬਾ ਗੁਰਦਿੱਤਾ ਮੱਲ ਜੀ ਦੇ 4 ਸੇਵਕ ਹੋਏ, ਸ੍ਰੀ ਬਾਲੂ ਹਸਨਾ ਜੀ, ਸ੍ਰੀ ਹਰਫੂਲ ਜੀ, ਸ੍ਰੀ ਗੋਂਦਾ ਜੀ ਅਤੇ ਚੌਥੇ ਸ੍ਰੀ ਅਲਮਸਤ ਜੀ। ਪ੍ਰਸਿੱਧ ਨਾਮ ਇਹਨਾਂ ਦੇ ਸਨ। ਉਦਾਸੀ ਸੰਪਰਦਾ ਦੇ ਮਹਾਂਪੁਰਖ ਨਾਮ ਜੰਤਰ ਪਹਿਲੀ ਪੌੜੀ ਮੂਲ ਮੰਤਰ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਹੀ ਜਪਣ ਵਾਸਤੇ ਦਿੰਦੇ ਸਨ। ਜਦੋਂ ਮੁੱਢ ਹੀ ਇੱਕ ਬਣ ਗਿਆ, ਫਿਰ ਫਰਕ ਕੀ ਰਹਿ ਗਿਆ। ਸਰੀਰਕ ਚਿੰਨ੍ਹ ਤਾਂ ਭਾਵੇਂ ਵੱਖਰੇ ਵੱਖਰੇ ਬਣ ਗਏ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਦੋਂ ਹੀ ਵੱਡੇ ਵੱਡੇ ਗੁਰਧਾਮਾਂ ਦੀ ਸੇਵਾ ਸੰਭਾਲ ਉਦਾਸੀ ਮਹਾਂਪੁਰਖੀ ਕਰਦੇ ਰਹੇ। ਨਿਰਮਲ ਪੰਥ ਦੇ ਬਾਰੇ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। 10ਵੇਂ ਪਾਤਸ਼ਾਹ ਨੇ ਸਰਬਲੋਕ ਗ੍ਰੰਥ ਵਿੱਚ ਨਿਰਮਲ ਪੰਥ ਦੇ ਬਾਬਤ ਬਹੁਤ ਵਰਣਨ ਕੀਤਾ ਹੈ। ਹੁਣ ਪੰਥ ਪ੍ਰਕਾਸ਼ ਵਿੱਚੋਂ ਨਿਰਮਲ ਪੰਥ ਬਾਰੇ ਕੁਝ ਨਮੂਨਾ ਗਿਆਨੀ ਗਿਆਨ ਸਿੰਘ ਜੀ ਦੀ ਲਿਖਤ ਅਨੁਸਾਰ ਨਿਰਮਲ ਪੰਥ ਦੀ ਉਤਪਤੀ ਗੁਰੂ ਨਾਨਕ ਦੇ ਸਮੇਂ ਤੋਂ ਹੋਈ ਹੈ ਅਤੇ ਗਿਆਨੀ ਗਿਆਨ ਸਿੰਘ ਜੀ ਨੇ ਭਾਈ ਗੁਰਦਾਸ ਦੀ ਇਸ ਪੌੜੀ ਤੋਂ ਆਰੰਭ ਕੀਤਾ ਹੈ। ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ।
ਉਹ ਦਾਸੀ ਭੇਖ ਭਾਵ ਭਗਵੇਂ ਬਸਤਰ ਜਿਨ੍ਹਾਂ ਸਿੱਖਾਂ ਨੂੰ ਬਖਸ਼ਿਸ਼ ਹੋਈ, ਉਹ ਸਿੱਖ ਨਿਰਮਲੇ ਕਹਾਉਣ ਲੱਗੇ ਅਤੇ ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਪੁਸਤੋ ਪੁਸਤੀ ਨਾਲ ਰਹੇ, ਸੇਵਾ ਸਿਮਰਨ ਕਰਦੇ ਰਹੇ। ਸਮੇਂ ਅਨੁਸਾਰ ਜਿਸ ਤਰ੍ਹਾਂ ਸਿੱਖ ਸੰਗਤ ਦੀ ਸਤਿਗੁਰਾਂ ਵੱਲੋਂ ਪਰਖ ਹੁੰਦੀ ਰਹੀ, ਇਹ ਵੀ ਸਮੇਂ-ਸਮੇਂ ਕਸੌਟੀਆਂ ਉੱਤੇ ਪਰਖੇ ਜਾਂਦੇ ਔਰ ਪੂਰੇ ਉਤਰਦੇ ਰਹੇ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੇ। ਇੱਕ ਦਿਨ ਕਰ ਤਿੰਨ ਮਤਾ ਕਰਾਰਾ, ਭਾਈ ਚੰਦਨ ਲੂਟਿਓ ਮਾਰਾ। ਜਿਸ ਵਕਤ ਦਸਮ ਪਾਤਸ਼ਾਹ ਨੂੰ ਪਤਾ ਲੱਗਿਆ, ਹੁਕਮ ਦੇ ਕੇ ਉਹ ਸਾਰੇ ਹੀ ਫੜ ਲਏ। ਫਿਰ ਭਾਈ ਚੰਦਨ ਨੂੰ ਸੱਦ ਕੇ ਪੁੱਛਿਆ ਕਿ ਚੰਦਨ, ਇਹਨਾਂ ਨੂੰ ਕੀ ਸਜ਼ਾ ਦਈਏ? ਚੰਦਨ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ਼ ਜੀ, ਮਾਰੇ ਰਾਖੇ ਏਕੋ ਆਪ, ਮਾਨ ਕੇ ਕਿਛ ਨਾਹੀ ਹਾਥ। ਇਸ ਤੋਂ ਸਾਬਤ ਹੁੰਦਾ ਹੈ ਨਿਰਮਲ ਪਦ ਸਤਿਗੁਰ ਨੇ ਕਿੰਨੀ ਆਤਮਕ ਉਚਤਾਈ ਵਾਲੇ ਸਿੱਖਾਂ ਪ੍ਰਤੀ ਉਚਾਰਨ ਕੀਤਾ ਹੈ। ਤੀਜੀ ਬਖਸ਼ਿਸ਼ ਉਦੋਂ ਹੋਈ ਜਦੋਂ ਪਾਉਂਟੇ ਸਾਹਿਬ ਵਿਖੇ 5 ਸਿੰਘ ਰਘੂਨਾਥ ਪੰਡਤ ਕੋਲ ਪੜ੍ਹਨ ਲਈ ਭੇਜੇ। ਉਸਨੇ ਸਿੱਖਾਂ ਦੀ ਜਾਤ ਪੁੱਛ ਕੇ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ। ਫਿਰ ਸਤਿਗੁਰ ਜੀ ਨੇ ਪੰਡਤ ਨੂੰ ਪੁੱਛਿਆ, ਪੰਡਤ ਜੀ, ਫਿਰ ਪੜ੍ਹਾਉਣ ਵੱਲੋਂ ਇਨਕਾਰ ਕਰਨ ਉੱਤੇ ਗੁਰੂ ਕਾ ਬਚਨ ਹੋਇਆ ਜਿਹੜਾ ਸਰਬਲੋਕ ਗ੍ਰੰਥ ਵਿੱਚ ਦਰਜ ਹੈ। ਗੁਰੂ ਜੀ ਨੇ ਬਚਨ ਕੀਤਾ, ਹੇ ਪੰਡਤ, ਮੈਂ ਇਹਨਾਂ ਸਿੱਖਾਂ ਨੂੰ 14 ਪ੍ਰਕਾਰ ਦੀ ਵਿੱਦਿਆ ਬਖਸ਼ੀ ਹੈ, 14 ਲੋਕ ਦੀ ਵਿੱਦਿਆ ਇਹਨਾਂ ਨੂੰ ਬਖਸ਼ੀ ਹੈ। ਹੇ ਪੰਡਤ ਜੀ, ਤੁਸੀਂ ਜਿਨ੍ਹਾਂ ਨੂੰ ਤੂੰ ਸ਼ੂਦਰ ਕਿਹਾ, ਬ੍ਰਾਹਮਣ ਲੋਕ ਇਹਨਾਂ ਤੋਂ ਵਿੱਦਿਆ ਪੜ੍ਹਿਆ ਕਰਨਗੇ। ਉਸ ਤੋਂ ਬਾਅਦ ਉਹਨਾਂ 5 ਸਿੱਖਾਂ ਨੂੰ ਸੱਦ ਕੇ ਹੁਕਮ ਕੀਤਾ, ਪੁਨ ਸਤਿਗੁਰ 5 ਸਿੱਖ ਬੁਲਾਏ, ਕਿਹੋ ਪੜ੍ਹੋ ਤੁਮ ਕਾਸ਼ੀ ਜਾਏ। ਪੁਨ ਸਿੱਖਨ ਕਰ ਜੋਰ ਸੁਨਾਵਾ, ਤਹਿ ਵੀ ਕਬ ਹਮ ਤਈ ਪੜਾਵਾ। ਬਸੂਨ ਸੁਕਲ ਭਿਖ ਜਾਤੀ ਸੁਣ ਕੇ, ਦਿਜ ਨਾ ਪੜ੍ਹਾਵੇ ਸੂਦਰ ਗੁਣ ਕੇ। ਸਿੱਖ ਨੇ ਬੇਨਤੀ ਕੀਤੀ, ਜੀ ਭਗਵੇ ਬਸਤਰ ਕਿਸ ਤਰ੍ਹਾਂ? ਤਾਂ ਸਤਿਗੁਰ ਜੀ ਨੇ ਬਚਨ ਕੀਤਾ, ਬਸਲ ਕਖਾਏ ਧਰੇ ਗੁਰ ਆਦ, ਲੱਖ ਰਖਿਆਨ ਕਾ ਵੇਸ ਅਨਾਦੇ। ਪਹੁੰਚੇ ਕਾਂਚੀਪੁਰ ਮੁਝਾਰ, ਚੇਤਨ ਮਠ ਮੈਂ ਰਹੇ ਵਿਚਾਰ। ਜਾਣ ਲੱਗਿਆਂ ਸਤਿਗੁਰ ਨੇ ਅਸੀਸ ਦਿੱਤੀ। ਉਹੀ ਪੁਸਤਕ ਗਾਤਰਿਆਂ ਵਿੱਚ ਪਾ ਕੇ, ਭੰਗਵੇਂ ਰੰਗ ਦੇ ਬਸਤਰ ਪਹਿਨਾ ਕੇ, ਗਿਲਤੀਆਂ ਦੇ ਕੇ ਭਰੇ ਦਰਬਾਰ ਇਉਂ ਬਚਨ ਕੀਤਾ, ਜਾਓ ਮੇਰੇ ਪੁੱਤਰੋ, ਤੁਹਾਡੀ ਪਾਲਣਾ ਆਪ ਅਕਾਲ ਪੁਰਖ ਕਰੇ। ਮੈਂ ਸਭ ਧਨ ਪਦਾਰਥ ਤੁਹਾਥੋਂ ਕੁਰਬਾਨ ਕਰਦਾ ਹਾਂ। ਕਾਮ ਆਦਿਕਾਂ ਦਾ ਤਿਆਗ ਕਰਕੇ, ਹਰ ਤਰ੍ਹਾਂ ਦੇ ਰਸਾਂ ਕਸ਼ਾਂ ਨੂੰ ਛੱਡ ਕੇ, ਹਰ ਰੁੱਖੀ ਰੋਟੀ ਖਾਏ ਸੰਭਾਲੇ ਕਿ ਕਥਨ ਅਨੁਸਾਰ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ, ਛੱਪੜੀਆਂ ਵਿੱਚ ਬੈਠ ਕੇ ਸਮਾਂ ਬਤੀਤ ਕਰਨਾ। ਸਹੀ ਅਰਥਾਂ ਵਿੱਚ ਅਸਲੀ ਸੰਨਿਆਸੀ ਤੇ ਬੈਰਾਗੀ ਕੌਣ ਹੈ, ਤੁਸੀਂ ਇੱਕ ਨਮੂਨਾ ਪੇਸ਼ ਕਰਨਾ ਹੈ। ਸੰਸਾਰ ਵਿੱਚ ਸਭ ਆਸ਼ਰਮਾਂ ਵਾਲੇ ਤੁਹਾਡਾ ਜੀਵਨ ਵੇਖ ਕੇ ਸਿੱਖਿਆ ਪ੍ਰਾਪਤ ਕਰਨ। ਵਿਦਵਾਨ ਤਾਂ ਸੰਸਾਰ ਵਿੱਚ ਬੜੇ ਹਨ, ਨਿਰਾ ਪੜ੍ਹਿਆ ਹੀ ਕਿਸੇ ਕੰਮ ਨਹੀਂ। ਕਿਉਂ? ਪੜ੍ਹਿਆ ਮੂਰਖ ਆਖੀਏ, ਜਿਉਂ ਲੱਭ ਲੋਭ ਅਹੰਕਾਰਾ। ਜਦੋਂ ਤੁਸੀਂ ਇਸ ਤਰ੍ਹਾਂ ਦੇ ਆਤਮਿਕ ਜੀਵਨ ਵਾਲੇ ਹੋ ਜਾਓਗੇ ਤਾਂ ਫਿਰ ਤੁਹਾਡਾ ਚੰਦਰਮਾ ਅਤੇ ਸੂਰਜ ਨਾਲੋਂ ਵੀ ਉੱਚਾ ਮਰਤਬਾ ਹੋ ਜਾਏਗਾ। ਸੋ ਇਸ ਤਰ੍ਹਾਂ ਅਸੀਸਾਂ ਦੇ ਕੇ ਜਗਤ ਗੁਰੂ ਦਸ਼ਮੇਸ਼ ਜੀ ਨੇ ਬਨਾਰਸ ਪੜ੍ਹਨ ਲਈ ਘੱਲੇ। ਜਿਸ ਵੇਲੇ ਇਹ ਸਿੱਖ ਬਨਾਰਸ ਤੋਂ ਪੜ੍ਹ ਕੇ ਆਏ, ਫਿਰ ਇਹਨਾਂ ਨੂੰ ਅੰਮ੍ਰਿਤਪਾਨ ਕਰਾ ਕੇ ਗੰਡਾ ਸਿੰਘ, ਕਰਮ ਸਿੰਘ, ਸੈਣਾ ਸਿੰਘ, ਵੀਰ ਸਿੰਘ, ਰਾਮ ਸਿੰਘ ਆਦਿਕ ਨਾਮ ਰੱਖ ਦਿੱਤੇ। ਇੱਕ ਸਮੇਂ ਅਨੰਦਪੁਰ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਹੁਕਮ ਦਿੱਤਾ ਕਿ ਲੁੱਟ ਲਵੋ। 3 ਵਾਰ ਪ੍ਰਸ਼ਾਦ ਕਰਕੇ 3 ਵਾਰ ਹੀ ਲੁੱਟ ਲੈਣ ਦਾ ਹੁਕਮ ਦਿੱਤਾ। ਜਿਹੜੇ ਸਿੱਖ 3 ਵਾਰ ਨਹੀਂ ਉੱਠੇ, ਉਹਨਾਂ ਦੀ ਮਨੋਵਸਥਾ ਵੇਖ ਕੇ ਪ੍ਰਸੰਨ ਹੋ ਕੇ ਬਚਨ ਕੀਤਾ, ਪੰਥ ਨਿਰਮਲਾ ਇਹ ਮਚਾਲੇ, ਪੂਜਨੀਕ ਸਭ ਹੇਤ ਵਿਸਾਲੇ। ਇਉਂ ਵਰਦੇ ਗੁਰ ਛੰਦ ਉਚਾਰੇ, ਸਰਬ ਲੋਹ ਮੈਂ ਲੇਹ ਨਿਹਾਰੇ। ਪੰਥ ਪ੍ਰਕਾਸ਼। ਇਸ ਸਮੇਂ ਜਿਹੜੇ ਸਿੰਘ ਲੁੱਟਣ ਲਈ ਨਹੀਂ ਉੱਠੇ, ਸਾਰੀ ਸੰਗਤ ਵਿੱਚ 13 ਸਿੰਘ ਸਨ। ਕਰਮ ਸਿੰਘ, ਧਰਮ ਸਿੰਘ, ਗੱਜਾ ਸਿੰਘ, ਧੰਨਾ ਸਿੰਘ, ਚੰਦਨ ਸਿੰਘ, ਮੰਨਾ ਸਿੰਘ, ਝੰਡਾ ਸਿੰਘ, ਲਖਬੀਰ ਸਿੰਘ। ਇਹਨਾਂ ਸਿੰਘਾਂ ਨੂੰ ਦਸ਼ਮੇਸ਼ ਜੀ ਨੇ ਨਿਰਮਲੇ ਕਹਿ ਕੇ ਸੰਬੋਧਨ ਕੀਤਾ। ਉਸ ਤੋਂ ਉਪਰੰਤ ਇੱਕ ਦਿਨ ਤੜਕੇ ਸਤਿਗੁਰਾਂ ਨੇ ਸਭ ਸਿੱਖਾਂ ਵਿੱਚ ਜਾ ਕੇ ਗੁਪਤ ਰੂਪ ਵਿੱਚ ਪੜਤਾਲ ਕੀਤੀ। ਕਈ ਸਿੰਘ ਸੁੱਤੇ ਪਏ,
ਕਈ ਸੰਸਾਰੀ ਗੱਲਾਂ ਬਾਤਾਂ ਕਰ ਰਹੇ ਸਨ। ਜੋ ਗੁਰਸਿੱਖ ਨਾਮ ਜਪ ਰਹੇ ਸਨ ਉਹਨਾਂ ਨੂੰ ਨਿਰਮਲੇ ਸਿੱਖ ਆਖ ਕੇ ਨਿਵਾਜਿਆ। ਇੱਕ ਵਾਰ ਗੁਰੂ ਕੇ ਦਰਬਾਰ ਹੁਕਮ ਅਨੁਸਾਰ ਪੰਡਾਂ ਨੇ ਕੋਈ ਸ਼ਿੰਗਾਰ ਰਸ ਭਾਵ ਮਨ ਨੂੰ ਲੁਭਾਉਣ ਵਾਲੀ ਨਕਲ ਕੀਤੀ। ਜਿਨ੍ਹਾਂ ਸਿੰਘਾਂ ਦੇ ਮਨ ਨਾ ਭਰਮੇ ਉਹਨਾਂ ਨੂੰ ਨਿਰਮਲੇ ਸੰਤ ਆਖ ਕੇ ਸੰਬੋਧਨ ਕੀਤਾ। ਇੱਕ ਵਾਰ ਦਸਮ ਪਾਤਸ਼ਾਹ ਨੇ ਦੀਵਾਨ ਵਿੱਚ ਸਾਰੀ ਸੰਗਤ ਨੂੰ ਹੁਕਮ ਕੀਤਾ, ਮੰਗੋ ਕੀ ਮੰਗਦੇ ਹੋ। ਜਿਨ੍ਹਾਂ ਨੂੰ ਸਤਿਗੁਰਾਂ ਨੇ ਨਿਰਮਲੇ ਪਦ ਬਖਸ਼ਿਆ ਉਹਨਾਂ ਦੀ ਇਹ ਆਤਮਿਕ ਅਵਸਥਾ ਸੀ। ਅਬ ਤਬ ਅਵਰ ਨਾ ਮਾਂਗੂ ਹਰ ਪੈ, ਨਾਮ ਨਿਰੰਜਨ ਦੀਜੇ ਪਿਆਰ। ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੇ, ਹਰ ਜਸ ਦੀਜੇ ਕਿਰਪਾ ਧਾਰ। ਜਿੱਥੇ ਇੱਕ ਹੋਰ ਪ੍ਰਸੰਗ ਲਿਖਣਾ ਠੀਕ ਹੀ ਹੋਵੇਗਾ ਕਿ ਇੱਕ ਵਾਰ ਸਰਬ ਉਪਮਾ ਜੋਗ ਸ੍ਰੀ 108 ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਸੰਗਤ ਬੈਠੀ ਹੋਈ ਤੋਂ ਬਾਬਾ ਆਨੰਦ ਸਿੰਘ ਜੀ ਨੂੰ ਬਚਨ ਕੀਤਾ, ਰਿਖੀ ਜੀ ਕੁਝ ਮੰਗ ਲਓ। ਬਾਬਾ ਆਨੰਦ ਸਿੰਘ ਜੀ ਨੇ ਹੱਥ ਜੋੜ ਕੇ ਬਚਨ ਕੀਤਾ ਕਿ ਗੁਰਦੇਵ ਮੈਨੂੰ ਤਾਂ ਬਿਨਾਂ ਮੰਗਣ ਤੋਂ ਹੀ ਸਭ ਕੁਝ ਮਿਲ ਗਿਆ ਹੈ। ਜੇ ਦੇਣਾ ਹੀ ਹੈ ਤਾਂ ਹਮਾਰੇ ਇਹ ਕਿਰਪਾ ਕੀਜੇ। ਅਲ ਮਕਰੰਦ ਚਰਨ ਕਮਲ ਸਿਉ, ਮਨ ਫੇਰ ਫੇਰ ਰੀਜੇ ਰਹਾਓ। ਆਨ ਜਲਾ ਸਿਉ ਕਾਜ ਨਾ ਕਛੁਐ, ਹਰ ਬੂੰਦ ਚਾਤਰਿਕ ਕੋ ਦੀਜੇ। ਬਿਨ ਮਿਲਬੇ ਨਾਹੀ ਸੰਤੋਖਾ, ਭੇਖ ਦਰਸ਼ਨ ਨਾਨਕ ਜੀਜੇ।